नाना रन रुतो नर नेही करे, नाना रन रुतो नर नेही करे। ना निवै न फुन संचरै, धन जन्म ताही को गणै। मारै एक है तज जाए घणै, तता तर तरियो न जाई। तन त्रिभवन मह रह्यो समाई, जो त्रिभवन तन माही समावा। तो ततः तत मिलिया सच पावा, ओ अथायो तिर न रहावा। थोड़े थल तान किया रंबे, बिन ही थंबे मंदर थंबे। दद्दा देख जो बिन सनहारा, जस्या देख तस राग विचारा। दसवें द्वार जब कुंची दीजै, दसवें द्वार कुंची जब दीजै। तो दयाल को दर्शन कीजै, तदै अरदै उर्दन बेरा। अरदै उरदै मंज वसेरा, अरदै शाड़ी उर्द जो आवा। तो अरदै उर्द मिलया सुख पावा। हाँ तिन कै बलहार ने, जिन सच रखिया उर था। नानक नामै सब हरियावली, गुर कै शब्द विचार। नानक नामै सब हरियावली, नानक नामै सब हरियावली। गुर कै शब्द विचार। ज़ारा ज़हूर हाजरा हजूर, सर्व कला भरपूर समर्थ गुरु। लोक परलोक दे रखियक भगत वशल, ज्ञान दे सागर। सतगुरां दी पावन पवित्र गोद दे विच गुरु शब्द दे नाल जुड़ बैठी गुरु प्यारी साध संगत। धनता दे योग आव जी बड़ भागे हो, सतगुरु जी ने दया मेहर कीती है। अमृत वेला सच नौ वड्याई विचार, करमी आवे कपड़ा नदरी मुख द्वार। दे महावाक अनुसार समा बख्शिश किया है गुरु महाराज जी ने। और इस समय नूं असी गुरु महाराज जी की मेहर कृपा दे नाल लेखे विच लाउणा, सफल करना। जीवन साडा एक यात्रा है, और यात्रा करदा करदा इंसान इस संसार तो चला जाता है अपने समय दे नाल। सो जीवन असी हमेशा ही ग्रंथां दे विच विद्वानां कोलों असी सारियां कोलों सुनिया, गुरु साहब जी दसदे ने संसार एक यात्रा है। संसार की यात्रा करन दे लई असी सारे इत्थे आए हुए हाँ, पहुँचे हुए हाँ। यात्रा पूरी करके असी अपने देश नूं चले जाण। सो बाणी दे विच लिखिया भी
ਮਨੁੱਖ ਇਸ ਸੰਸਾਰ ਰੂਪੀ ਦੇਸ਼ ਦੇ ਵਿੱਚ ਆਇਆ। ਇਸ ਦੇਸ਼ ਦੇ ਵਿੱਚ ਉਸ ਪਰਿਪੂਰਨ ਪਰਮਾਤਮਾ ਦੇ ਦੀਦਾਰ ਦੇ ਲਈ, ਉਸ ਨੂੰ ਸਮਝਣ ਦੇ ਲਈ, ਉਸ ਨੂੰ ਪਾਉਣ ਦੇ ਲਈ ਇਸ ਸੰਸਾਰ ਦੇ ਵਿੱਚ ਮਨੁੱਖ ਜਿਹੜਾ ਆਇਆ ਹੈ। ਔਰ ਕਈ ਇਸ ਜੱਗ ਦੇ ਵਿੱਚੋਂ ਯਾਤਰਾ ਸਫਲ ਕਰਕੇ ਚਲੇ ਜਾਂਦੇ ਹਨ। ਕਈ ਇਸ ਜੱਗ ਦੇ ਵਿੱਚ ਯਾਤਰਾ ਜਿਹੜੀ ਹੈ ਉਹ ਸਹੀ ਕਰਕੇ ਨਹੀਂ ਜਾਂਦੇ, ਔਰ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਅਧੂਰਾ ਰਹਿ ਜਾਂਦਾ। ਸੋ ਜੀਵਨ ਅਧੂਰਾ ਨਾ ਰਹੇ, ਪੂਰਾ ਜੀਵਨ ਹੋ ਜਾਏ, ਮਤਲਬ ਪੂਰੇ ਦੇ ਨਾਲ ਜੁੜ ਕੇ ਪੂਰੇ ਹੋ ਜਾਈਏ। ਇਸ ਦੇ ਵਾਸਤੇ ਅਸੀਂ ਗੁਰੂ ਦੀ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਦਇਆ ਪੁੰਨ ਕਰਦੇ ਹਾਂ, ਦਾਨ ਕਰਦੇ ਹਾਂ, ਤਾਂ ਜੋ ਸਾਡਾ ਜੀਵਨ ਜਿਹੜਾ ਹੈ ਉਹ ਖੁਸ਼ੀਆਂ ਦੇ ਨਾਲ ਭਰਪੂਰ ਹੋ ਜਾਏ। ਤੇ ਗੁਰਬਾਣੀ ਦੀ ਪੰਕਤੀ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰ। ਮਹਾਰਾਜ ਖੁਸ਼ੀਆਂ ਸਭ ਨੂੰ ਦਿੰਦਾ, ਸਭ ਨੂੰ ਬਖਸ਼ਦਾ, ਪਰ ਉਦੋਂ ਜਦੋਂ ਮਹਾਰਾਜ ਮਿਹਰ ਕਰਦੇ, ਜਦੋਂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਮਿਹਰ ਕਰਦੇ ਹਨ, ਫਿਰ ਵਾਕਈ ਹੀ ਖੁਸ਼ੀਆਂ ਜਿਹੜੀਆਂ ਨੇ ਉਹ ਸਾਨੂੰ ਮਿਲਦੀਆਂ ਨੇ, ਸਾਡੀ ਝੋਲੀ ਵਿੱਚ ਪੈਂਦੀਆਂ ਹਨ। ਸੋ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ, ਤੂੰ ਕਾਹੇ ਡੁੱਲੈ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ। ਮਿਹਰਬਾਨ ਦੀ ਮਿਹਰ ਦੇ ਨਾਲ ਹੀ ਸਭ ਕੁਝ ਹੋਣਾ। ਜੋ ਕੁਝ ਵੀ ਹੋਇਆ ਮਿਹਰਬਾਨ ਦੀ ਮਿਹਰ ਦੇ ਨਾਲ ਹੋਇਆ। ਅੱਗੇ ਜੋ ਕੁਝ ਹੋਣਾ ਉਹ ਵੀ ਮਿਹਰਬਾਨ ਦੀ ਮਿਹਰ ਨਾਲ ਹੋਣਾ। ਤੇ ਮਿਹਰਬਾਨ ਦੀ ਮਿਹਰ ਸਾਨੂੰ ਕਿੱਥੋਂ ਮਿਲਦੀ ਹੈ? ਸਾਨੂੰ ਮਿਹਰਬਾਨ ਦੇ ਕੋਲ ਜਾ ਕੇ, ਮਿਹਰਬਾਨ ਦੀ ਬਾਣੀ ਪੜ੍ਹ ਕੇ, ਮਿਹਰਬਾਨ ਦੀ ਕੀਰਤਨ ਕਥਾ ਸਰਵਣ ਕਰਕੇ। ਸੋ ਪ੍ਰਮਾਤਮਾ ਮਿਹਰ ਹੀ ਉਹਨਾਂ ਤੇ ਕਰਦਾ। ਇਹ ਵੱਖਰੀ ਗੱਲ ਹੈ, ਸਭ ਉੱਪਰ ਨਜ਼ਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਨਜ਼ਰ ਪ੍ਰਮਾਤਮਾ ਸਾਰਿਆਂ ਤੇ ਕਰਦਾ, ਰੋਟੀ ਸਾਰਿਆਂ ਨੂੰ ਖਾਣ ਨੂੰ ਦਿੰਦਾ, ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਹਨ ਉਹਨਾਂ ਨੂੰ ਬਹੁਤ ਵੱਡਾ ਸਿਦਕ, ਸਬਰ, ਸ਼ੁਕਰ ਦੇ ਦਿੰਦਾ, ਔਰ ਉਹਨਾਂ ਦਾ ਜਿਹੜਾ ਜਨਮ ਹੈ ਉਹ ਫਿਰ ਸਫਲ ਹੋ ਜਾਂਦਾ, ਯਾਤਰਾ ਸਫਲ ਹੋ ਜਾਂਦੀ ਹੈ। ਸੋ ਜਿਵੇਂ ਮੈਂ ਬੇਨਤੀ ਕੀਤੀ ਹੈ, ਜੀਵਨ ਇੱਕ ਯਾਤਰਾ ਹੈ ਤੇ ਇਸ ਜੀਵਨ ਯਾਤਰਾ ਨੂੰ ਅਸੀਂ ਸਫਲ ਕਰਕੇ ਹੀ ਜਾਣਾ। ਤੇ ਇਹਦੇ ਵਿੱਚ ਸਾਡੇ ਗੁਰੂ ਦਾ ਰੋਲ ਹੀ ਬਹੁਤ ਜ਼ਿਆਦਾ, ਰੋਲ ਹੀ ਰੋਲ ਹੈ ਗੁਰੂ ਦਾ। ਗੁਰੂ ਦੇ ਰੋਲ ਤੋਂ ਬਗੈਰ ਹੋਰ ਕੁਝ ਹੈ ਹੀ ਨਹੀਂ। ਸੋ ਇਸ ਕਰਕੇ ਗੁਰੂ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੂੰ ਅਸੀਂ ਆਪਣੇ ਪੂਰਨ ਸਤਿਗੁਰੂ ਜੀ ਮੰਨਦੇ ਹਾਂ, ਕਿਉਂਕਿ ਉਹਦਾ ਕੀਤਾ ਕੋਈ ਘਾਟਵਾਦ ਨਹੀਂ ਹੈ, ਉਹਦਾ ਕੀਤਾ ਪੂਰਾ ਸਹੀ ਹੈ। ਅਸੀਂ ਪੂਰਨ ਵਿਸ਼ਵਾਸ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ, ਪੂਰਨ ਭਰੋਸਾ ਰੱਖਦੇ ਹਾਂ, ਔਰ ਪੂਰੀ ਪ੍ਰੇਮ ਤੇ ਸ਼ਰਧਾ ਦੇ ਨਾਲ ਉਸ ਦੇ ਕੋਲ ਆ ਕੇ ਬਹਿੰਦੇ ਹਾਂ, ਸੁਣਦੇ ਹਾਂ। ਤੇ ਬਾਣੀ ਦੀ ਪੰਕਤੀ ਹੈ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੀ ਗੁਣ ਗਾਓ। ਸੋ ਪੂਰੇ ਨਾਲ ਜੁੜਨ ਵਾਲਾ ਬਿਲਕੁਲ ਪੂਰਾ ਹੁੰਦਾ ਹੈ, ਉਹ ਪੂਰਾ ਹੀ ਹੋ ਜਾਂਦਾ ਹੈ। ਔਰ ਸੰਸਾਰ ਦੇ ਵਿੱਚ ਆਪਣੀ ਮਨਮਰਜ਼ੀ ਦੇ ਨਾਲ ਚੱਲਣ ਵਾਲਾ, ਉਹ ਅਧੂਰਾ ਸੀ, ਅਧੂਰਾ ਹੈ, ਅਧੂਰਾ ਰਹੇਗਾ। ਉਹ ਭਾਵੇਂ ਬਾਹਰੀ ਤੌਰ ਤੇ ਉਹ ਸਾਨੂੰ ਦਿਸਣ ਨੂੰ ਵਧੀਆ ਲੱਗੇ, ਪਰ ਅੰਦਰੂਨੀ ਤੌਰ ਤੇ ਮਹਾਰਾਜ ਜੀ ਕਹਿੰਦੇ ਪੂਰਾ ਸੋਹਣਾ ਪਿਆਰਾ ਉਹੀ ਹੈ ਜਿਹੜਾ ਉਸ ਨੂੰ ਭਾਉਂਦਾ ਹੈ, ਜਿਹੜਾ ਉਸ ਨੂੰ ਚੰਗਾ ਲੱਗਦਾ ਹੈ। ਭਗਤ ਤੇਰੇ ਮਨ ਭਾਵਦੇ, ਦਰ ਸੋਹਣ ਕੀਰਤ ਗਾਵਦੇ।
ਤੈਨੂੰ ਭਗਤ ਚੰਗੇ ਲੱਗਦੇ ਨੇ, ਪਰ ਭਗਤ ਉਹ ਜਿਹੜੇ ਤੇਰੇ ਦਰ ਤੇ ਆ ਕੇ ਬਹਿੰਦੇ ਨੇ, ਤੈਨੂੰ ਸੁਣਦੇ ਹਨ। ਭਗਤ ਤੇਰੇ ਮਨ ਭਾਵਦੇ ਦਰ ਸੋਹਣ, ਤੇਰੇ ਦਰ ਤੇ ਸੋਹਣੇ ਲੱਗਦੇ ਨੇ, ਕੀਰਤ ਗਾਵਦੇ। ਤੇਰੇ ਦਰ ਤੇ ਆ ਕੇ ਰੱਬ ਦੀ ਗੱਲ, ਰੱਬ ਦੀ ਸਿਫਤ ਜਿਹੜੇ ਕਰਦੇ ਨੇ, ਜਿਹੜੇ ਸੁਣਦੇ ਹਨ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰ, ਉਹ ਤੈਨੂੰ ਬਹੁਤ ਚੰਗੇ ਲੱਗਦੇ ਨੇ, ਉਹ ਤੈਨੂੰ ਬਹੁਤ ਭਾਉਂਦੇ ਹਨ। ਭਗਤ ਤੇਰੇ ਮਨ ਭਾਵਦੇ। ਸੋ ਅਸੀਂ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਭਾ ਜਾਈਏ, ਇਹਦੇ ਲਈ ਹੀ ਅਸੀਂ ਗੁਰੂ ਦੇ ਕੋਲ ਰੋਜ਼ ਆਉਂਦੇ ਹਾਂ, ਬਹਿੰਦੇ ਹਾਂ, ਸੁਣਦੇ ਹਾਂ, ਮੰਨਦੇ ਹਾਂ। ਤੇ ਜਿਹੜਾ ਇਸ ਤਰ੍ਹਾਂ ਕਰਦਾ ਕਦੀ ਵੀ ਨਹੀਂ ਹੁੰਦਾ ਭਈ ਉਸ ਦਾ ਬੋਲਿਆ, ਉਸ ਦਾ ਸੁਣਿਆ ਥਾਏ ਨਾ ਪਵੇ। ਪਰ ਇਸ ਤੋਂ ਬਾਅਦ ਇੱਕ ਆਗਿਆ ਗੁਰੂ ਦੀ ਹੈ, ਉਹ ਬਿਲਕੁਲ ਮੰਨਣੀ ਪੈਣੀ ਹੈ, ਮੰਨ ਲੈਣੀ। ਉਹਦੇ ਤੋਂ ਬਾਅਦ ਮਹਾਰਾਜ ਜੀ ਕਹਿੰਦੇ ਤੇਰਾ ਜੋ ਵੀ ਕਰਮ ਕੀਤਾ ਉਹਨੂੰ ਅਸੀਂ ਪ੍ਰਫੁੱਲਤ ਕਰਾਂਗੇ, ਭਾਗ ਲਾਵਾਂਗੇ, ਉਸ ਨੂੰ ਪ੍ਰਫੁੱਲਤ ਕਰਾਂਗੇ। ਇਸ ਕਰਕੇ ਤੂੰ ਆਪਣੇ ਮਨ ਨੂੰ ਪੱਕਾ ਕਰਕੇ, ਆਪਣੇ ਮਨ ਨੂੰ ਸਹੀ ਕਰਕੇ ਗੁਰੂ ਦੇ ਦਰ ਤੇ, ਗੁਰੂ ਦੇ ਚਰਨਾਂ ਦੇ ਵਿੱਚ ਆਉਣ ਦਾ ਯਤਨ ਜਾਂ ਕੋਸ਼ਿਸ਼ ਕਰਨੀ। ਸੋ ਗੁਰੂ ਸਾਹਿਬ ਜੀ ਮਿਹਰ ਕਰਨ। ਆਓ ਲੜੀਵਾਰ ਸ਼ਬਦ ਦੀ ਵਿਚਾਰ ਦੀ ਆਰੰਭਤਾ ਕਰਦੇ ਹਾਂ। 52 ਅੱਖਰੀ ਬਾਣੀ ਚੱਲ ਰਹੀ ਹੈ ਭਗਤ ਕਬੀਰ ਜੀ ਦੀ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 341 ਦੇ ਉੱਪਰ ਇਹ ਸ਼ਬਦ ਹੈ। ਨਾਣਾ ਰਨ ਰੂਤੋ ਨਰ ਨੇਹੀ ਕਰੇ, ਜਗਤ ਇੱਕ ਰਨ ਭੂਮੀ ਹੈ, ਨਾਣਾ ਰਨ ਰੂਤੋ। ਇਸ ਸੰਸਾਰ ਦੇ ਵਿੱਚ ਰਨ ਭੂਮੀ ਹੈ। ਕਾਹਦੀ ਰਨ ਭੂਮੀ ਦੇ ਵਿੱਚ ਕਿਹੜੇ ਸਿਪਾਹੀ ਨੇ? ਬਕਾਰ ਰੂਪੀ ਸਿਪਾਹੀ। ਨਾਨਾ ਰਨ ਰੂਤੋ ਨਰ ਨੇਹੀ ਕਰੈ। ਇਸ ਸੰਸਾਰ ਦੀ ਰਨ ਭੂਮੀ ਦੇ ਵਿੱਚ ਬਹੁਤ ਹੀ ਅਨੇਕਾਂ ਰੂਪਾਂ ਦੇ ਵਿੱਚ ਜਿਹੜੇ ਨੇ ਉਹ ਵਿਕਾਰ ਜਿਹੜੇ ਨੇ ਉਹ ਰਨ ਭੂਮੀ ਦੇ ਵਿੱਚ ਉਤਰੇ ਹੋਏ ਹਨ, ਤੇ ਇਹਨਾਂ ਨੂੰ ਵਸ ਦੇ ਵਿੱਚ ਕਰਨਾ, ਇਹਨਾਂ ਦੇ ਉੱਪਰ ਫਤਿਹ ਪਾਉਣੀ, ਇਹ ਸਮਰੱਥਾ ਤੇ ਤਾਕਤ ਨਾਲ ਹੁੰਦਾ ਹੈ। ਅਖਾੜੇ ਦੇ ਵਿੱਚ ਤਕੜੇ ਪਹਿਲਵਾਨ ਨੂੰ ਹਰਾਉਣ ਦੇ ਲਈ ਉਹਦੇ ਨਾਲੋਂ ਤਕੜਾ ਚਾਹੀਦਾ। ਇਸ ਸੰਸਾਰ ਰੂਪੀ ਰਨ ਭੂਮੀ ਦੇ ਵਿੱਚ ਮਹਾਰਾਜ ਜੀ ਕਹਿੰਦੇ ਵਿਕਾਰ ਘੁੰਮਦੇ ਨੇ, ਯਾਤਰਾ ਕਰਦੇ ਨੇ, ਤੇ ਸਾਡਾ ਇਹਨਾਂ ਦੇ ਨਾਲ ਵਾਰ-ਵਾਰ ਮਿਲਾਪ ਹੋਣਾ। ਅਸੀਂ ਵਾਰ-ਵਾਰ ਇਹਨਾਂ ਨੂੰ ਮਿਲਣਾ। ਜਦੋਂ ਅਸੀਂ ਇਹਨਾਂ ਨੂੰ ਮਿਲਣਾ ਤੇ ਇਹਨਾਂ ਨੇ ਸਾਡੇ ਤੇ ਅਟੈਕ ਕਰਨਾ। ਗਿਆਨ ਇੰਦਰੀਆਂ ਰਾਹੀਂ ਇਹਨਾਂ ਨੇ ਸਾਡੇ ਤੇ ਅਟੈਕ ਕਰਨਾ। ਅੱਖਾਂ, ਨੱਕ, ਮੂੰਹ, ਕੰਨ, ਸਪਰਸ਼ ਰਾਹੀਂ ਇਹਨਾਂ ਨੇ ਸਾਡੇ ਤੇ ਅਟੈਕ ਕਰਨਾ। ਤੇ ਜਿਹੜਾ ਮਹਾਰਾਜ ਜੀ ਕਹਿੰਦੇ ਨਾ ਨਿਵੈ ਨਾ ਫੁਨ ਸੰਚਰੈ, ਜਿਹੜਾ ਇਹਨਾਂ ਵਿਕਾਰਾਂ ਦੇ ਅੱਗੇ ਨਿਵਦਾ ਨਹੀਂ, ਨਿਉਂਦਾ ਨਹੀਂ, ਝੁਕਦਾ ਨਹੀਂ, ਉਹਨਾਂ ਦੇ ਨਾਲ ਮਿਕਸ ਨਹੀਂ ਹੁੰਦਾ, ਉਹਨਾਂ ਦਾ ਸੰਗ ਨਹੀਂ ਕਰਦਾ, ਨਾ ਨਿਵੈ ਨਾ ਫੁਨ ਸੰਚਰੈ, ਨਾ ਇਹਨਾਂ ਦੇ ਨਾਲ ਤੁਰਦਾ, ਨਾ ਇਹਨਾਂ ਦੇ ਕੋਲ ਬਹਿੰਦਾ, ਨਾ ਇਹਨਾਂ ਨੂੰ ਮੰਨਦਾ, ਨਾ ਇਹਨਾਂ ਵੱਲ ਧਿਆਨ ਦਿੰਦਾ। ਜੋ ਅਸੀਂ ਵਿਚਾਰ ਕੀਤੀ, ਨਾ ਨਿਵੈ ਨਾ ਫੁਨ ਸੰਚਰੈ, ਧਨ ਜਨਮ ਤਾਹੀ ਕੋ ਗਣੈ। ਉਹਨਾਂ ਦਾ ਜਨਮ ਹੀ ਧਨ ਗਿਣਿਆ ਜਾਂਦਾ ਜਿਹੜੇ ਇਹਦੇ ਅੱਗੇ ਝੁਕਦੇ ਨਹੀਂ, ਵਿਕਾਰਾਂ ਦੇ ਅੱਗੇ ਝੁਕਦੇ ਨਹੀਂ। ਵਿਕਾਰਾਂ ਦੇ ਅੱਗੇ ਝੁਕਿਆ ਬੰਦਾ ਹਾਰਿਆ ਹੁੰਦਾ, ਵਿਕਾਰਾਂ ਦੇ ਉੱਪਰ ਜਿੱਤ ਪਾਉਣ ਵਾਲਾ ਬੰਦਾ ਜਿੱਤਿਆ ਹੁੰਦਾ। ਇਸ ਲਈ ਉਹਨਾਂ ਦਾ ਹੀ ਇੱਥੇ ਜੱਗ ਵਿੱਚ ਆਉਣਾ ਗਿਣਤੀ ਦੇ ਵਿੱਚ ਹੈ ਜਿਹੜੇ ਇਹਨਾਂ ਦੇ ਉੱਪਰ ਫਤਿਹ ਪਾ ਲੈਂਦੇ ਹਨ। ਭਗਤ ਜੀ ਦੀ ਬਾਣੀ ਹੈ, ਧਨ ਜਨਮ, ਉਹਨਾਂ ਦਾ ਜਨਮ ਭਾਗਾਂ ਵਾਲਾ ਮੁਬਾਰਕ ਹੈ, ਤਾਹੀ ਕੋ ਗਣੇ, ਉਹਨਾਂ ਨੂੰ ਇਸ ਧਰਤੀ ਤੇ ਗਿਣੇ ਸਮਝਿਆ ਜਾਂਦਾ। ਜਾਂ ਹੋਰ ਅਸੀਂ ਇੱਕ ਉਦਾਹਰਨ ਲੈਂਦੇ ਹਾਂ।
ਜੇਕਰ ਸਤਸੰਗ ਜੀ ਇੱਕ ਜਨਮ ਦਰ ਹੁੰਦੀ ਹੈ, ਇੱਕ ਮੌਤ ਦਰ ਹੁੰਦੀ ਹੈ। ਜਦੋਂ ਮੌਤ ਦਰ ਨੋਟ ਕਰਵਾਉਂਦੇ ਆ ਤੇ ਉਹ ਬੰਦੇ ਦਾ ਨਾਮ ਇਸ ਸੰਸਾਰ ਦੇ ਵਿੱਚੋਂ ਕੱਟਿਆ ਜਾਂਦਾ ਹੈ, ਗਿਣਤੀ ਘਟ ਜਾਂਦੀ ਹੈ। ਜਦੋਂ ਕੋਈ ਜੰਮਦਾ ਹੈ, ਜਨਮ ਦਰ ਕਹਿ ਦਈਏ, ਜਦੋਂ ਅਸੀਂ ਰਜਿਸਟਰ ਤੇ ਜੰਮਣ ਵਾਲੇ ਦਾ ਨਾਮ ਲਿਖਾਉਂਦੇ ਹਾਂ, ਫਿਰ ਸੰਸਾਰ ਦੇ ਵਿੱਚ ਆਬਾਦੀ ਵਿੱਚ ਵਾਧਾ ਹੁੰਦਾ ਹੈ। ਤੇ ਜਿਹੜੇ ਗਿਣਤੀ ਦੇ ਵਿੱਚ ਨਹੀਂ ਹਨ, ਭਾਵੇਂ ਉਹ ਧਰਤੀ ਤੇ ਆਏ ਹਨ, ਜਿਨ੍ਹਾਂ ਨੇ ਨਾਮ ਨਹੀਂ ਲਿਖਾਇਆ, ਜਿਨ੍ਹਾਂ ਦਾ ਬਰਥ ਸਰਟੀਫਿਕੇਟ ਨਹੀਂ ਹੈ, ਉਹ ਭਾਵੇਂ ਜੱਗ ਦੇ ਵਿੱਚ ਘੁੰਮਦੇ ਰਹਿਣ, ਉਹਨਾਂ ਨੂੰ ਕਿਧਰੇ ਵੀ ਕਿਤੇ ਵੀ ਉਹਨਾਂ ਨੂੰ ਜਿਹੜਾ ਹੈ ਉਹ ਮਨਜ਼ੂਰ ਨਹੀਂ ਕੀਤਾ ਜਾਂਦਾ, ਉਹਨਾਂ ਨੂੰ ਗਿਣਿਆ ਨਹੀਂ ਜਾਂਦਾ, ਕਿਉਂਕਿ ਉਹਨਾਂ ਦਾ ਕਾਗਜ਼ਾਂ ਦੇ ਵਿੱਚ ਨਾਮ ਨਹੀਂ। ਜਿਸ ਦਾ ਰਾਸ਼ਨ ਕਾਰਡ ਦੇ ਵਿੱਚ ਨਾਮ ਨਹੀਂ, ਚੌਕੀਦਾਰ ਦੇ ਕੋਲ ਨਾਮ ਨਹੀਂ, ਮਿਊਨਿਸਪਲ ਕਮੇਟੀ ਦੇ ਵਿੱਚ ਨਾਮ ਬੱਚੇ ਦਾ ਐਡ ਨਹੀਂ, ਉਹ ਭਾਵੇਂ ਆਪਣਾ ਵੱਖਰਾ ਨਾਮ ਰੱਖ ਕੇ ਕਿਉਂ ਨਾ ਜੀਵਨ ਬਤੀਤ ਸ਼ੁਰੂ ਕਰਨਾ ਆਰੰਭ ਕਰ ਦੇਵੇ, ਪਰ ਜਦੋਂ ਤੱਕ ਉਹਦਾ ਨਾਮ ਰਜਿਸਟਰਡ ਨਹੀਂ ਹੋਇਆ, ਜਦੋਂ ਤੱਕ ਉਹਦਾ ਨਾਮ ਜਨਮ ਦਰ ਦੇ ਵਿੱਚ ਨਹੀਂ ਆਇਆ, ਉਦੋਂ ਤੱਕ ਉਹਦੀ ਗਿਣਤੀ ਨਹੀਂ, ਉਦੋਂ ਤੱਕ ਉਹਦੀ ਗਿਣਤੀ ਨਹੀਂ। ਤੇ ਰੱਬ ਦੇ ਘਰ ਦੇ ਵਿੱਚ ਵੀ ਗਿਣਤੀ ਕੀਤੀ ਜਾਂਦੀ ਹੈ। ਰੱਬ ਦੇ ਘਰ ਦੇ ਵਿੱਚ, ਗੁਰੂ ਦੇ ਘਰ ਦੇ ਵਿੱਚ ਉਹਦੀ ਗਿਣਤੀ ਹੈ ਜਿਹੜਾ ਗੁਰੂ ਦੇ ਨਾਲ ਜੁੜਦਾ ਹੈ, ਜਿਹੜਾ ਗੁਰੂ ਦੇ ਘਰ ਜੰਮਿਆ। ਇਹਦੀ ਵੀ ਪੰਕਤੀ ਹੈ, ਸਤਿਗੁਰ ਕੈ ਜਨਮੇ ਗਵਨ ਮਿਟਾਇਆ। ਜਿਹੜਾ ਗੁਰੂ ਦੇ ਘਰ ਦੇ ਵਿੱਚ ਲੱਗਾ ਹੋਇਆ ਹੈ, ਉਹਦਾ ਹੀ ਸੰਸਾਰ ਦੇ ਵਿੱਚ ਗਿਣਿਆ ਜਾਂਦਾ, ਉਸ ਨੂੰ ਹੀ ਗਿਣਿਆ ਜਾਂਦਾ, ਦੂਸਰੇ ਨੂੰ ਨਹੀਂ ਗਿਣਿਆ ਜਾਂਦਾ, ਦੂਸਰੇ ਨੂੰ ਨਹੀਂ ਗਿਣਿਆ ਜਾਂਦਾ। ਜਿਸ ਦਾ ਜੀਵਨ ਗੁਰੂ ਤੋਂ ਬਿਨਾਂ ਹੈ, ਗੁਰੂ ਤੋਂ ਹੀਣ ਹੈ, ਗੁਰੂ ਤੋਂ ਸਖਣ ਹੈ, ਉਹਨਾਂ ਦੀ ਕੋਈ ਗਿਣਤੀ ਨਹੀਂ, ਉਹਨਾਂ ਦੀ ਕੋਈ ਗਿਣਤੀ ਨਹੀਂ। ਜਿਹਦੀ ਗਿਣਤੀ, ਜਿਹੜੀ ਕੋਈ ਵਸਤੂ ਗਿਣਤੀ ਵਿੱਚ ਨਾ ਹੋਵੇ, ਉਹਦੀ ਕੀਮਤ ਵੀ ਨਹੀਂ ਪੈਂਦੀ, ਔਰ ਉਹ ਫਾਲਤੂ ਹੀ ਹੁੰਦਾ ਹੈ, ਉਹ ਕਿਸੇ ਹਿਸਾਬ ਕਿਤਾਬ ਦੇ ਵਿੱਚ ਨਹੀਂ ਆਉਂਦਾ। ਇਸ ਕਰਕੇ ਉਹਦਾ ਹੀ ਗਿਣਿਆ ਜਾਂਦਾ। ਇੱਥੇ ਆਉਣਾ ਉਹਨਾਂ ਦਾ ਹੀ ਜਨਮ ਧਨ ਹੁੰਦਾ, ਜਿਨ੍ਹਾਂ ਨੇ ਵਿਕਾਰਾਂ ਦੇ ਉੱਪਰ ਫਤਿਹ ਪਾ ਲਈ ਹੈ, ਔਰ ਕਿਸੇ ਦੇ ਅੱਗੇ ਜਿਹੜੇ ਨਿਵਦੇ ਨਹੀਂ, ਨਿਉਂਦੇ ਨਹੀਂ। ਮਾਰੇ ਏਕੈ ਤਜ ਜਾਏ ਘਣੇ। ਜਦੋਂ ਮਨੁੱਖ ਆਪਣੇ ਮਨ ਨੂੰ ਮਾਰਦਾ ਹੈ, ਮਨ ਨੂੰ ਮਾਰਨ ਦਾ ਮਤਲਬ ਕੀ ਹੈ? ਮਨ ਦੇ ਵਿੱਚੋਂ ਵਿਕਾਰਾਂ ਨੂੰ ਮਾਰ ਦੇਣਾ, ਛੱਡ ਦੇਣਾ, ਔਰ ਉਹਨਾਂ ਨੂੰ ਕਾਬੂ ਦੇ ਵਿੱਚ ਕਰ ਲੈਣਾ। ਉਹਨਾਂ ਨੂੰ ਕਾਬੂ ਦੇ ਵਿੱਚ ਕਰ ਲੈਣਾ, ਇਸ ਨੂੰ ਕਹਿੰਦੇ ਨੇ ਮਨ ਨੂੰ ਮਾਰਨਾ। ਜਾਂ ਜਿੱਧਰ ਮਨ ਭਟਕਦਾ ਹੈ, ਉਧਰੋਂ ਮਨ ਨੂੰ ਹਟਾ ਲੈਣਾ, ਇਸ ਨੂੰ ਕਹਿੰਦੇ ਮਨ ਨੂੰ ਮਾਰ ਲੈਣਾ। ਜਿੱਧਰ ਮਨ ਵਾਰ-ਵਾਰ ਲੱਗਦਾ, ਗਲਤ ਪਾਸੇ ਲੱਗਦਾ, ਗਲਤ ਖਾਣ ਨੂੰ ਦਿਲ ਕਰਦਾ, ਤੇ ਅਸੀਂ ਕਹਿੰਦੇ ਹਾਂ ਮੈਂ ਮਨ ਨੂੰ ਮਾਰ ਕੇ ਇਹ ਕੰਮ ਕੀਤਾ। ਮਨ ਨੂੰ ਮਾਰਨਾ ਹੀ ਪੈਣਾ, ਮਤਲਬ ਉਹ ਚੀਜ਼ ਨੂੰ ਛੱਡਣਾ ਪੈਣਾ, ਉਹਦੇ ਵੱਲੋਂ ਧਿਆਨ ਹਟਾਉਣਾ ਪੈਣਾ। ਮਾਰੇ ਏਕੈ ਤਜ ਜਾਏ ਘਣੇ। ਸੋ ਜਿਹੜਾ ਮਨ ਨੂੰ ਮਾਰਦਾ, ਮਤਲਬ ਵਿਕਾਰਾਂ ਨੂੰ ਮਾਰਦਾ, ਤੇ ਮਨ ਉਸ ਦਾ ਜਿਹੜਾ ਹੈ ਉਹ ਸਾਰੇ ਸੰਸਾਰ ਨੂੰ ਜਿੱਤ ਲੈਂਦਾ। ਮਨ ਜੀਤੈ ਜਗ ਜੀਤ। ਤੱਤਾ ਅਤਰ ਤਰਿਓ ਨਹਿ ਜਾਈ। ਇਹ ਜਗ ਐਸਾ ਸਮੁੰਦਰ ਹੈ। ਤੱਤਾ ਅਤਰ, ਅਤਰ ਦਾ ਮਤਲਬ ਤਰਿਆ ਨਾ ਜਾ ਸਕੇ, ਬਹੁਤ ਔਖਾ। ਤੱਤਾ ਅਤਰ ਤਰਿਓ ਨਹਿ ਜਾਈ। ਇਹ ਸੰਸਾਰ ਸਾਗਰ ਤਰਨਾ ਸੌਖਾ ਨਹੀਂ ਤਰਿਆ ਜਾਂਦਾ। ਇਹ ਸੰਸਾਰ ਸਾਗਰ ਤਰਨਾ ਸੌਖਾ ਨਹੀਂ ਹੈ, ਨਹੀਂ ਤਰਿਆ ਜਾਂਦਾ। ਤਨ ਤ੍ਰਿਭਵਨ ਮਹਿ ਰਹਿਓ ਸਮਾਈ। ਗਿਆਨ ਇੰਦਰੇ ਜਿਹੜੇ ਨੇ
ਜਦੋਂ ਤੱਕ ਸੰਸਾਰ ਦੇ ਰਸਾਂ ਵਿੱਚ ਡੁੱਬੇ ਰਹਿੰਦੇ ਨੇ ਉਦੋਂ ਤੱਕ ਇਹ ਮਨੁੱਖ ਵਿਕਾਰਾਂ ਦੀਆਂ ਲਹਿਰਾਂ ਦੇ ਵਿੱਚ ਉਲਝਿਆ ਰਹਿੰਦਾ ਹੈ। ਤੱਤਾ ਅਤਰ ਤਰਿਓ ਨ ਜਾਈ, ਤਨ ਤ੍ਰਿਭਵਨ ਮੈਂ ਰਹਿਓ ਸਮਾਈ। ਇਸ ਸੰਸਾਰ ਦੇ ਵਿੱਚ ਜੋ ਵੀ ਗਿਆਨ ਇੰਦਰੇ ਹਨ ਜਾਂ ਸਾਡੇ 9 ਇੰਦਰੇ ਹਨ, ਇਹਨਾਂ ਦੇ ਰਸਾਂ ਦੇ ਵਿੱਚ ਡੁੱਬਾ ਰਹਿਣ ਕਰਕੇ ਇਹ ਬਾਹਰ ਨਹੀਂ ਆਉਂਦਾ। ਜੇ ਕੋਈ ਡੁੱਬਦਾ ਹੋਵੇ ਤੇ ਉਹ ਆਪਣੀ ਬਾਂਹ ਬਾਹਰ ਕੱਢੇ ਤੇ ਉਸ ਨੂੰ ਬਚਾ ਲਿਆ ਜਾਂਦਾ ਹੈ, ਪਰ ਜੇ ਕੋਈ ਬਾਂਹ ਹੀ ਨਾ ਕੱਢੇ ਤੇ ਉਹ ਗੋਤੇ ਖਾਂਦਾ ਇੱਕ ਵਾਰ ਡੁੱਬ ਜਾਏਗਾ ਔਰ ਉਸ ਨੂੰ ਨਿਕਲਦਾ ਵੀ ਮੌਕਾ ਨਹੀਂ ਮਿਲੇਗਾ। ਇਸ ਕਰਕੇ ਬਾਣੀ ਵਿੱਚ ਵੀ ਇੱਕ ਪੰਕਤੀ ਲਿਖੀ ਭਗਤ ਨਾਮਦੇਵ ਜੀ ਨੇ ਉਚਾਰਨ ਕੀਤੀ ਹੈ, ਮੋਕੋ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਨ ਜਨ ਤਰਬੇ ਨਾ ਜਾਨੋ, ਬਾਪ ਬੀਠਲਾ ਬਾਂਹ ਦੇ। ਮੈਨੂੰ ਆਪਣੀ ਮਿਹਰ ਕਿਰਪਾ ਰੂਪੀ ਬਾਂਹ ਦੇ ਤਾਂ ਜੋ ਉਹਨੂੰ ਮੈਂ ਆਪਣੇ ਹੱਥ ਨਾਲ ਫੜ ਕੇ ਬਾਹਰ ਆ ਜਾਵਾਂ। ਜੰਜ ਵੀ ਪੰਕਤੀ ਪੜ੍ਹ ਸਕਦੇ ਹਾਂ, ਅੰਚਲ ਗਹਿ ਕੇ ਸਾਧਕਾ ਤਰਨਾ ਇਹੋ ਸੰਸਾਰ, ਮੈਨੂੰ ਆਪਣਾ ਪੱਲਾ ਫੜਾ ਅੰਚਲ। ਅੰਚਲ ਦਾ ਮਤਲਬ ਮੈਨੂੰ ਆਪਣਾ ਪੱਲਾ ਦੇ, ਮਤਲਬ ਆਪਣੀ ਕਿਰਪਾ ਰੂਪੀ ਬਾਂਹ ਦੇ ਤਾਂ ਜੋ ਮੈਂ ਸੰਸਾਰ ਸਾਗਰ ਤੋਂ ਬਾਹਰ ਆ ਜਾਵਾਂ, ਬਚ ਸਕਾਂ ਔਰ ਮੇਰਾ ਭਲਾ ਹੋ ਜਾਏ। ਸੋ ਜੋ ਤ੍ਰਿਭਵਨ ਤਨ ਮਾਹੇ ਸਮਾਵਾ, ਜਦੋਂ ਮਨੁੱਖ ਦੇ ਸਰੀਰ ਦੇ ਅੰਦਰਲੇ ਰਸ ਮਿਟ ਜਾਂਦੇ ਨੇ ਤੇ ਇੰਦਰੀਆਂ ਇਸ ਨੂੰ ਪ੍ਰਭਾਵਿਤ ਨਹੀਂ ਕਰ ਸਕਦੀਆਂ। ਰਸ ਜਿਹੜਾ ਹੈ, ਰਸ ਦੀ ਕਲਪਨਾ ਭੋਗ ਦੀ ਇੱਛਾ ਵਿੱਚ ਤਬਦੀਲ ਹੁੰਦੀ ਹੈ। ਧਿਆਨ ਦੇਣਾ, ਜਦੋਂ ਕਿਸੇ ਵੀ ਚੀਜ਼ ਨੂੰ ਖਾਣ ਦੀ ਅਸੀਂ ਰਸ ਦੀ ਕਲਪਨਾ ਕਰਦੇ ਹਾਂ ਤੇ ਫਿਰ ਉਸ ਚੀਜ਼ ਨੂੰ ਭੋਗਣ ਨੂੰ ਮਨ ਅੱਗਿਓਂ ਆਵਾਜ਼ ਦਿੰਦਾ ਤੇ ਫਿਰ ਉਸ ਚੀਜ਼ ਨੂੰ ਪ੍ਰਾਪਤ ਕਰਨ ਦੇ ਲਈ ਇਹ ਪੂਰਾ ਜ਼ੋਰ ਲਾ ਲੈਂਦਾ ਤੇ ਉਧਰ ਨੂੰ ਤੁਰ ਪੈਂਦਾ। ਸੋ ਮਹਾਰਾਜ ਜੀ ਫਰਮਾਨ ਕਰਦੇ ਹਨ ਭਗਤ ਕਬੀਰ ਜੀ, ਜੋ ਤ੍ਰਿਭਵਨ ਤਨ ਮਾਹੇ ਸਮਾਵਾ, ਤਉ ਤਤੈ ਤਤ ਮਿਲਿਆ ਸੱਚ ਪਾਵਾ। ਜਦੋਂ ਇਸ ਦੇ ਅੰਦਰ ਵਿਕਾਰਾਂ ਤੇ ਇਸ ਦਾ ਕਾਬੂ ਪੈ ਜਾਂਦਾ ਹੈ, ਤਦੋਂ ਕਹਿੰਦੇ ਉਹ ਸੱਚ ਰੂਪ ਪਰਮਾਤਮਾ ਲੱਜ ਪੈਂਦਾ ਜਾਂ ਲੱਭ ਪੈਂਦਾ, ਮਿਲ ਪੈਂਦਾ। ਥਾ ਥਾ ਅਥਾ ਥਾ ਨਹੀਂ ਪਾਵਾ, ਪਰਮਾਤਮਾ ਅਥਾ ਹੈ। ਮਨੁੱਖ ਦਾ ਮਨ ਜਿਹੜਾ ਹੈ ਉਹ ਪਰਮਾਤਮਾ ਦੀ ਬਾਂਹ ਨੂੰ ਫੜ ਨਹੀਂ ਸਕਦਾ, ਉਹਦੇ ਲਈ ਬਹੁਤ ਮਿਹਨਤ ਮੁਸ਼ੱਕਤ ਕਰਨੀ ਪਏਗੀ, ਔਖਾ ਹੈ। ਉਹ ਅਥਾ ਇਹ ਥਿਰ ਨਾ ਰਹਾਵਾ। ਮਨੁੱਖ ਦਾ ਮਨ ਪਰਮਾਤਮਾ ਦੇ ਚਰਨਾਂ ਦੇ ਨਾਲ ਕਦੇ ਜੁੜਦਾ ਨਹੀਂ, ਕਦੇ ਟਿਕਦਾ ਨਹੀਂ। ਉਹ ਪਰਮਾਤਮਾ ਅਥਾਹ ਹੈ ਤੇ ਇਹ ਜਿਹੜਾ ਉਹ ਅਥਾਹ ਹੈ ਤੇ ਸਥਿਰ ਹੈ। ਮਨੁੱਖ ਨਾ ਅਥਾਹ ਹੈ ਨਾ ਸਥਿਰ ਹੈ। ਇਸ ਕਰਕੇ ਇਹ ਮਨੁੱਖ ਜਿਹੜਾ ਹੈ ਇਹ ਭਟਕਦਾ ਰਹਿੰਦਾ ਹੈ। ਇਹ ਮਤਲਬ ਇੰਝ ਵੀ ਕਹਿ ਸਕਦੇ ਹਾਂ, ਇਹ ਪੱਕਾ ਨਹੀਂ, ਆਪਣੇ ਪੈਰਾਂ ਦਾ ਪੱਕਾ ਨਹੀਂ, ਕਦਮਾਂ ਦਾ ਪੱਕਾ ਨਹੀਂ, ਆਪਣੇ ਇਰਾਦੇ ਦਾ ਪੱਕਾ ਨਹੀਂ। ਇਸ ਕਰਕੇ ਇਹ ਸਟੈਂਡ ਤੇ ਨਹੀਂ ਰਹਿੰਦਾ। ਉਹ ਅਥਾਹ ਇਹ ਥਿਰ ਨਾ ਰਹਾਵਾ। ਉਹ ਥਾਂ ਤੇ ਹੈ, ਉਹ ਬੇਅੰਤ ਤੇ ਹੈ, ਉਹ ਪੂਰਾ ਤੇ ਹੈ, ਉਹ ਡੂੰਘਾ ਤੇ ਹੈ। ਹੁਣ ਜਿਹੜੇ ਅਸੀਂ ਉਹਦੇ ਵਿੱਚ ਮਿਲਣਾ ਚਾਹੁੰਦੇ ਹਾਂ, ਸਾਡਾ ਸਟੈਂਡ ਪੱਕਾ ਨਹੀਂ ਤੇ ਫਿਰ ਕੀ ਹੋਏਗਾ? ਸਾਡਾ ਖਲੋਣਾ, ਸਾਡਾ ਬੋਲਣਾ, ਸਾਡਾ ਸੋਚਣਾ ਜਿਹੜਾ ਹੈ ਉਹ ਪੱਕਾ ਹੋਣਾ ਚਾਹੀਦਾ। ਇਸ ਨੂੰ ਹੀ ਸਟੈਂਡ ਕਹਿੰਦੇ ਨੇ। ਤੇ ਜੇ ਸਾਡਾ ਸੁਣਨਾ, ਬੋਲਣਾ, ਕਰਨਾ ਪੱਕਾ ਨਾ ਹੋਵੇ, ਅਸੀਂ ਵਾਰ-ਵਾਰ ਆਪਣੇ ਵਿਚਾਰਾਂ ਨੂੰ ਬਦਲਦੇ ਜਾਈਏ, ਕਦੀ ਹਾਂ ਕਰ ਦਈਏ, ਕਦੀ ਨਾ ਕਰ ਦਈਏ, ਕਦੀ ਚੰਗਾ ਕਹਿਣ ਲੱਗ ਪਈਏ, ਕਦੀ ਉਸੇ ਚੀਜ਼ ਨੂੰ ਮਾੜਾ ਕਹਿਣ ਲੱਗ ਪਈਏ, ਤੇ ਉਹ ਚੀਜ਼ ਜਿਹੜੀ ਹੈ ਉਹ ਪ੍ਰਮਾਤਮਾ ਨੂੰ ਚੰਗੀ ਨਹੀਂ ਲੱਗਦੀ, ਆਮ ਬੰਦੇ ਨੂੰ ਚੰਗੀ ਨਹੀਂ ਲੱਗਦੀ, ਤੇ ਪ੍ਰਮਾਤਮਾ ਨੂੰ ਕਿਵੇਂ ਚੰਗੀ ਲੱਗੇਗੀ? ਇਸ ਕਰਕੇ ਉਹ ਅਥਾ ਇਹ ਥਿਰ ਨਾ ਰਹਾਵਾ।
ਸੋ ਇਸ ਨੂੰ ਆਪਣੇ ਕਦਮਾਂ ਦਾ ਪੱਕਾ ਹੋਣਾ ਚਾਹੀਦਾ, ਆਪਣੇ ਪੈਰਾਂ ਦਾ ਪੱਕਾ ਹੋਣਾ ਚਾਹੀਦਾ। ਥੋੜੇ ਥਲ ਥਾਨਕ ਆਰੰਭੇ, ਮਨ ਥੋੜੀ ਜਿਹੀ ਬਿਰਲ ਦੇ ਵਿੱਚ ਵੜ ਜਾਂਦਾ, ਲੰਘਣਾ ਚਾਹੁੰਦਾ। ਥੋੜੇ ਥਲ ਥਾਨਕ ਆਰੰਭੇ, ਉਹਦੇ ਵਿੱਚ ਪੈਰ ਪਸਾਰ ਕੇ ਬਹਿਣ ਦਾ ਯਤਨ ਕਰਦਾ, ਮਤਲਬ ਦਖਲ ਦੇਣ ਦਾ ਯਤਨ ਕਰਦਾ। ਮਨ ਜਿਹੜਾ ਸਾਡਾ ਉਹ ਹਮੇਸ਼ਾ ਹੀ ਦਖਲ ਦੇਣਾ ਚਾਹੁੰਦਾ, ਦਖਲ ਬੰਦ ਨਹੀਂ ਕਰਨਾ ਚਾਹੁੰਦਾ। ਦਖਲ ਹਰ ਕੰਮ ਦੇ ਵਿੱਚ ਥੋੜੇ ਥਲ ਥਾਨਕ ਆਰੰਭੇ, ਥੋੜੀ ਜਿੰਨੀ ਵੀ ਜਗ੍ਹਾ ਮਿਲੇ ਮਨ ਉਧਰ ਨੂੰ ਤੁਰ ਪੈਂਦਾ। ਬਿਨ ਹੀ ਥੰਬੈ ਮੰਦਰ ਥੰਬੈ, ਇਹਦਾ ਹਾਲ ਇਹ ਹੈ, ਇਹ ਆਪਣੇ ਆਪ ਨੂੰ ਸਥਾਪਿਤ ਕਰਨਾ ਚਾਹੁੰਦਾ, ਪਰ ਜਿੱਥੇ ਆਪਣੇ ਆਪ ਨੂੰ ਸਥਾਪਿਤ ਕਰਨਾ ਚਾਹੁੰਦਾ, ਥੰਮਾਂ ਦੇ ਹੇਠਾਂ ਕਹਿੰਦੇ ਇਹਦੇ, ਕੰਧਾਂ ਦੇ ਹੇਠਾਂ ਇਹਦੇ ਥੰਮੀਆਂ ਨਹੀਂ। ਜਿਹੜਾ ਮੰਦਰ ਇਹ ਬਣਾਉਣਾ ਚਾਹੁੰਦਾ, ਜਿਸ ਵਿਰਲ ਵਿੱਚ ਵੜ ਕੇ ਜਿੱਥੇ ਦਾਖਲ ਹੋ ਕੇ ਇਹ ਆਪਣਾ ਘਰ ਬਣਾਉਣਾ ਚਾਹੁੰਦਾ, ਆਪਣਾ ਰੂਪ ਬਣਾਉਣਾ ਚਾਹੁੰਦਾ, ਆਪਣੇ ਆਪ ਨੂੰ ਕੁਛ ਦਿਖਾਉਣਾ ਚਾਹੁੰਦਾ, ਉਹ ਜਿਹੜੀ ਛੱਤ ਹੈ, ਉਹ ਜਿਹੜੀ ਕੰਧ ਹੈ, ਉਹਦੇ ਹੇਠਾਂ ਥੰਮੀਆਂ ਨਹੀਂ। ਬਿਨ ਹੀ ਥੰਬੈ ਮੰਦਰ ਥੰਮੈ, ਉਹ ਬਿਨਾਂ ਥੰਮੀਆਂ ਤੋਂ ਇਹ ਘਰ ਬਣਾ ਰਿਹਾ ਹੈ, ਬਿਨਾਂ ਸਪੋਰਟ ਤੋਂ ਇਹ ਚੱਲ ਰਿਹਾ ਹੈ। ਤੇ ਜਿਸ ਚੀਜ਼ ਨੂੰ ਸਪੋਰਟ ਨਾ ਹੋਵੇ ਉਹ ਅੱਗੇ ਵੱਧ ਨਹੀਂ ਸਕਦੀ, ਚਾਹੇ ਕੋਈ ਦੁਨੀਆ ਦੀ ਵਸਤੂ ਹੈ, ਚਾਹੇ ਕੋਈ ਵੀ ਫੀਲਡ ਹੈ, ਕੋਈ ਵੀ ਬੰਦਾ ਕਿਸੇ ਵੀ ਫੀਲਡ ਵਿੱਚ ਹੈ, ਉਹ ਸਪੋਰਟ ਤੋਂ ਬਿਨਾਂ ਅੱਗੇ ਨਹੀਂ ਵੱਧ ਸਕਦਾ। ਉਹ ਜਿਵੇਂ ਮਕਾਨ ਦੀ ਉਦਾਹਰਨ ਦਿੱਤੀ, ਛੱਤ ਦੀ ਉਦਾਹਰਨ ਦਿੱਤੀ ਹੈ, ਜਿਵੇਂ ਥੰਮੀਆਂ ਤੋਂ ਬਿਨਾਂ, ਪਿੱਲਰ ਤੋਂ ਬਿਨਾਂ ਘਰ ਦੀ ਕੰਧ ਛੱਤ ਜਿਹੜੀ ਹੈ ਉਹ ਟਿਕ ਨਹੀਂ ਸਕਦੀ, ਰਹਿ ਨਹੀਂ ਸਕਦੀ। ਇਸੇ ਹੀ ਤਰ੍ਹਾਂ ਮਨੁੱਖ ਚਾਹੇ ਸੰਸਾਰ ਦੇਸ਼ ਹੈ, ਚਾਹੇ ਨਿਰੰਕਾਰ ਦਾ ਦੇਸ਼ ਹੈ, ਇਹਦੇ ਲਈ ਉੱਥੇ ਇਸ ਨੂੰ ਸਦਾ ਦੇ ਲਈ ਰਹਿਣ ਦੇ ਲਈ ਕੁਝ ਨਾ ਕੁਝ ਇਸ ਨੂੰ ਬਾਹਰੋਂ ਹੈਲਪ ਜਾਂ ਸਪੋਰਟ ਦੀ ਜ਼ਰੂਰਤ ਹੈ, ਜਿਸ ਨੂੰ ਕਹਿੰਦੇ ਨੇ ਕੋਈ ਜਨ ਹਾਰਸਿਓ ਦੀਵੈ ਜੋਰ ਚਰਨ ਗਹੋ ਬਕੋ ਸੁਭ ਰਸਨਾ ਦੀਜੈ ਪ੍ਰਾਨ ਅਕੋਰ। ਇਸ ਨੂੰ ਆਹ ਚੀਜ਼ ਦੀ ਜ਼ਰੂਰਤ ਪੈਂਦੀ ਹੈ ਤੇ ਫਿਰ ਇਹ ਪੂਰਾ ਕੰਪਲੀਟ ਹੋ ਸਕਦਾ, ਨਹੀਂ ਤੇ ਇਹ ਜ਼ਿੰਦਗੀ ਦੇ ਵਿੱਚ ਅਧੂਰਾ ਹੀ ਰਹਿੰਦਾ ਹੈ। ਕਿਨਹੀ ਨਾ ਕੀਏ ਕਾਜ ਮਾਇਆ ਪੂਰੇ, ਕਦੀ ਵੀ ਕਿਸੇ ਦੇ ਮਾਇਆ ਨੇ ਪੂਰੇ ਕਾਰਜ ਨਹੀਂ ਕੀਤੇ। ਇੱਕ ਦੂਜੇ ਦੀ ਹੈਲਪ ਨਾਲ, ਇੱਕ ਦੂਜੇ ਦੀ ਮਦਦ ਨਾਲ ਇਨਸਾਨ ਹਮੇਸ਼ਾ ਇਸ ਜਗ ਤੇ ਜਿਉਂਦਾ ਰਹਿ ਸਕਦਾ ਹੈ। ਇਸ ਕਰਕੇ ਇਹ ਥੰਮੀਆਂ ਚਾਹੀਦੀਆਂ ਨੇ, ਥੰਬ ਚਾਹੀਦੇ ਨੇ, ਪਿੱਲਰ ਚਾਹੀਦੇ ਨੇ ਮਨੁੱਖ ਨੂੰ ਕਿਧਰੇ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਲਈ। ਭੈਣਾਂ ਚਾਹੀਦੀਆਂ ਨੇ, ਭਰਾ ਚਾਹੀਦੇ ਨੇ, ਦੋਸਤ ਚਾਹੀਦੇ ਨੇ, ਮਿੱਤਰ ਚਾਹੀਦੇ ਨੇ, ਸਮਾਜ ਚਾਹੀਦਾ, ਸਾਰਾ ਕੁਝ ਹੀ ਚਾਹੀਦਾ। ਜਿਵੇਂ ਤੁਸੀਂ ਅਕਸਰ ਸੁਣਦੇ ਹੋ, ਅਸੀਂ ਸਮਾਜਿਕ ਪ੍ਰਾਣੀ ਹਾਂ, ਸਮਾਜ ਤੋਂ ਬਿਨਾਂ ਸਾਡਾ ਜੀਵਨ ਸੰਭਵ ਨਹੀਂ ਹੈ। ਸਾਨੂੰ ਇੱਕ ਦੂਜੇ ਦੀ ਜ਼ਰੂਰਤ ਪੈਂਦੀ ਹੈ। ਇਨਸਾਨ ਵੈਸੇ ਕਹਿ ਦਿੰਦਾ ਮੈਨੂੰ ਕਿਸੇ ਦੀ ਜ਼ਰੂਰਤ ਨਹੀਂ, ਮੈਨੂੰ ਕਿਸੇ ਦੀ ਜ਼ਰੂਰਤ ਨਹੀਂ। ਨਿੱਕੀ ਜਿਹੀ ਚੀਜ਼ ਵੀ ਲੈਣੀ ਹੁੰਦੀ ਹੈ ਤੇ ਦੂਸਰੇ ਕੋਲੋਂ ਲੈਣ ਜਾਂਦਾ, ਬਾਜ਼ਾਰੋਂ ਖਰੀਦਣ ਜਾਂਦਾ। ਛੋਟੀ ਤੋਂ ਛੋਟੀ ਚੀਜ਼, ਸੂਈ ਵੀ ਲੈਣੀ ਹੋਵੇ ਨਾ, ਉਹ ਵੀ ਕਿਧਰੋਂ ਲੈਣ ਜਾਂਦਾ, ਉਹ ਵੀ ਆਪ ਪੈਦਾ ਨਹੀਂ ਕਰ ਸਕਦਾ, ਨਿੱਕੀ ਜਿਹੀ ਹੈ। ਬਾਕੀ ਦੀ ਚੀਜ਼ਾਂ ਬਹੁਤ ਵੱਡੀਆਂ। ਇਸ ਕਰਕੇ ਮਨੁੱਖ ਨੂੰ ਇਸ ਸੰਸਾਰ ਦੇ ਵਿੱਚ ਪਿਆਰ ਦੇ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ। ਇੱਕ ਦੂਜੇ ਦੇ ਨਾਲ ਬੜਾ ਹੀ ਪਿਆਰਾ ਰਿਸ਼ਤਾ ਤੇ ਸੰਬੰਧ ਬਣਾ ਕੇ ਰੱਖਣਾ ਚਾਹੀਦਾ ਹੈ, ਤਾਂ ਜੋ ਸੰਸਾਰ ਦੀ ਯਾਤਰਾ ਕਰਦੇ ਸਮੇਂ ਤੇ ਕਰਨ ਤੋਂ ਬਾਅਦ ਇਸ ਨੂੰ ਕੋਈ ਨਿੰਦੇ ਨਾ, ਕੋਈ ਮਾੜਾ ਨਾ ਆਖੇ ਵੀ ਚੰਗਾ ਹੋਇਆ ਇਹ ਇਨਸਾਨ ਚਲਾ ਗਿਆ। ਉਹਦੇ ਗੁਣਾਂ ਨੂੰ ਦੇਖ ਕੇ ਉਸ ਨੂੰ ਯਾਦ ਕੀਤਾ ਜਾਵੇ ਵੀ ਇੱਦਾਂ ਦੇ ਇਨਸਾਨ ਧਰਤੀ ਤੇ ਕਦੇ ਕਦੇ ਪੈਦਾ ਹੁੰਦੇ ਨੇ, ਅਸੀਂ ਇਸ ਨੂੰ ਮਿਸ ਕਰਦੇ ਹਾਂ। ਲੋਕ ਇਸ ਤਰ੍ਹਾਂ ਕਹਿਣ
पर इहदे लई सानू एक दूजे दे नाल प्यार वधाउणा पएगा, प्यार लेना पएगा, देना पएगा, सत्कार लेना ते उहदे लई सत्कार देना पएगा। ये चीज़ां सानू जिवें शब्द आया है पई बिन ही थंबै मंदिर थम्मे, ये बिना ही कहंदा सपोर्ट तो मैं चवारा पलांगा। बिना सपोर्ट तो चवारा नहीं पैना, उहदे लई भी मिस्त्री चाहिदा, कारपेंटर चाहिदा, गारा इट्टां सीमेंट चाहिदा, सरिया चाहिदा, बड़ा कुछ चाहिदा। तू कल्ला कख भी नहीं कर सकदा। इस करके भावें जीव दे विच लखां रुपया क्यों ना होवे, दूजे दी मदद तो बिना, आसरे तो बिना तू इंसान कुछ भी नहीं कर सकदा। भावें किड्डा वड्डा तू क्यों ना होवे, किन्नी ज़्यादा वाकफियत क्यों ना होवे। इस करके भगत कबीर जी बहुत सोहने प्रमाण दे के सानू समझा रहे ने। आखिरी पंक्तियां, दद्दा देख जो बिनसन हारा, जिहड़ा तू संसार वेख रहा है वह नाशवंत है, वो बिनस जान वाला है, वो खत्म होने वाला है। कई बार कहते धरती बनी है और कई बारी ये नष्ट हुई है, खत्म हुई है। खिन मह थाप उत्थापन हारा, उसने कई बार इस धरती नू खत्म किया है और कई बार इस धरती नू बनाया। इस करके भाई ये संसार नाशवान है, ये संसार मिथ्या है। जो कुछ भी दिस रहा ना, ये एक दिन पानी विच जाना है। ध्यान देना, चाहे मिट्टी बन के जावे, राख बन के जावे, स्वाह बन के जावे, कुदरती करोपी बन के जावे, चाहे गल के जावे, चाहे सड़ के जावे, इसने जाना धरती दे हेठ ही है। इसने जल दे विच जाना ही जाना। दुनिया की कोई भी चीज़ जिहड़ी दिस रही है, चाहे जीव है, चाहे निर्जीव है, मतलब जड़ है, चाहे चेतन है, हर एक ने इस संसार तो बिल्कुल जाना है, मिटना है। दरख्त दिस रहे ने, दरख्तां ने नष्ट होना है। पहाड़, नदियां, नहरां जिहड़ियां ने उन्होंने खत्म होना है। सो ये साडे गुरुआं ने सानू दस्या, बाणी दे विच लिखिया होया, क्लीयर किया, दृष्ट मान है सगल मथेना। जो कुछ तू देख रहे हैं वो मिथ्या ते झूठा है, जो तेनू दिस नहीं रहा वो सच्चा है, ते जिहड़ा दिस नहीं रहा उहदे ते यकीन नहीं हुंदा। ध्यान देना, जिहड़ा दिस रहा उहदे ते यकीन हुंदा। झूठी चीज़ ते यकीन होई जा रहा है ते सच्ची चीज़ तो बंदा दूर होई जा रहा है। यही इहदी बदकिस्मती है। सो बेनती ऐसा संगत जी, कल यात्रा लई संगतां जा रही हैं। सो आप जी ने समय सिर 5 बजे सो गुरु घर आके नमस्कार करके यात्रा आरंभ करनी है। अरदास बेनती महाराज जी चरणों में करके सो गुरु महाराज जी मेहर करन, कृपा करन। धन्यवाद है साडे सत्कारयोग सैकटरी साहब जी का। सो जदों भी संगत बेनती करती है, मैं गल करदा हुन्ना आम अक्सर घर, मैं कोई भी उन्होंने बिल्कुल थोड़ी जी भी बेनती करे एकदम वो मन जाते हैं। कभी भी ये नहीं किया भी नहीं नहीं, कभी भी इस तरह नहीं भी असी नहीं करना। सो जिवें संगत बेनती करती है, संगत की खुशी लेंदे ने हो। हमेशा तुसीं श्रवण करदे हो ना, खुशी जदों असी देईदी है ते सानू फिर अग्गों खुशी मिलती है। सो संगत ने अपना विचार रखिया भई उन्होंने क्या, इन्होंने मान लिया ते दोने ब्रह्म ज्ञानी कहते बन गए। इस करके यात्रा आप ही प्रेरणा दे के गुरु साहब ने ये समा बनाया। जिन्होंने समा मिलिया वो जरूर जाओ। मैं हमेशा एक बेनती करता हुन्ना, यात्रा सफल हो जाए भी भै दे नाल जाना, भै किहदा रखना, माड़ियां चीज़ां दा, गुरु दा, और भाव दे नाल जाना, प्रेम दे नाल जाना, शरदा दे नाल जाना। आउंदे आउंदियां ते जांदियां कोई किसी दे बारे गलत गल जां गलत सोच नहीं बनाउणी। ये हदायत है।
ਘਰੋਂ ਤੁਰਨ ਲੱਗੀ ਦਾ ਨਾ ਨਿਆਣੇ ਨੂੰ ਕਿਧਰੇ ਬਾਹਰ ਭੇਜੀ ਦਾ, ਕੋਈ ਪੇਪਰ ਦੇਣ ਜਾਂ ਬੱਚਾ ਰੰਗਰੂਟੀ ਤੇ ਭਰਤੀ ਹੋਣ ਜਾਏ, ਮਾਂ ਬਾਪ ਨੂੰ ਕਿੰਨਾ ਸਮਝਾਉਂਦਾ, ਪੁੱਤਰ ਸਮੇਂ ਨਾਲ ਉੱਠਣਾ, ਸਮੇਂ ਨਾਲ ਖਾਣਾ, ਸਿਹਤ ਦਾ ਖਿਆਲ ਰੱਖਣਾ ਹੈ, ਰਾਹ ਦੇ ਵਿੱਚ ਕਿਸੇ ਕੋਈ ਚੀਜ਼ ਲੈ ਕੇ ਨਹੀਂ ਖਾਣੀ। ਇਹ ਚੀਜ਼ਾਂ ਸਾਨੂੰ ਦੱਸੀਆਂ ਜਾਂਦੀਆਂ ਨੇ ਤੇ ਗੁਰੂ ਵੀ ਸਾਨੂੰ ਦੱਸਦਾ ਹੈ। ਜਦੋਂ ਕੋਈ ਅਸੀਂ ਧਰਮ ਦਾ ਕਰਮ ਕਰਨ ਲੱਗੀਏ ਫਿਰ ਉਹਦੇ ਵਿੱਚ ਵੀ ਹਦਾਇਤਾਂ ਨੇ। ਅਸੀਂ ਜਦੋਂ ਜਾਣਾ ਤੇ ਅਸੀਂ ਟੀਚਾ ਜੋ ਰੱਖਣਾ ਹੈ ਵੀ ਆਹ ਸਾਡੀ ਭਾਵਨਾ ਹੈ, ਉਹ ਭਾਵਨਾ ਜ਼ਰੂਰ ਪੂਰੀ ਹੋਏਗੀ, ਪਰ ਦੂਜੀ ਭਾਵਨਾ ਉੱਤੇ ਭਾਰੂ ਨਾ ਹੋਵੇ। ਹੋਰ ਨਾ ਹੋਵੇ ਕਿਸੇ ਦੀ ਗੱਲ ਸ਼ੁਰੂ ਕੀਤੀ ਤੇ ਰਸਤਾ ਮੁੱਕ ਜਾਏ, ਗੱਲ ਨਾ ਮੁੱਕੇ, ਐਦਾਂ ਨਾ ਹੋਵੇ, ਐਦਾਂ ਨਾ ਮੁੱਕੇ, ਐਦਾਂ ਨਾ ਹੋਵੇ। ਇਸ ਕਰਕੇ ਸਿਫਤ ਹੀ ਕਰਨੀ ਹੈ, ਚੰਗੀਆਂ ਹੀ ਗੱਲਾਂ ਕਰਨੀਆਂ, ਰੱਬ ਦੀਆਂ ਹੀ ਕਰਨੀਆਂ। ਕੋਈ ਕੀਰਤਨ, ਕੋਈ ਕਥਾ, ਕੋਈ ਚੰਗੀ ਗੱਲ, ਬਸ ਸਿਫਤ ਕਰਨੀ ਹੈ, ਕਿਸੇ ਬੁਰੇ ਦੀ ਵੀ ਬੁਰਾਈ ਨਹੀਂ ਕਰਨੀ। ਇਹ ਸਾਨੂੰ ਗੁਰਬਾਣੀ ਦੱਸਦੀ ਹੈ। ਫਿਰ ਯਾਤਰਾ ਵੀ ਸਫਲ ਹੁੰਦਾ, ਕੀਤਾ ਪੁੰਨ ਦਾਨ ਵੀ ਸਫਲ ਹੁੰਦਾ। ਸੋ ਜੋ ਤੁਹਾਨੂੰ ਡਾਇਰੈਕਸ਼ਨ ਦਿੱਤੀ ਜਾਵੇ, ਜੋ ਪ੍ਰਬੰਧਕਾਂ ਵੱਲੋਂ ਬੇਨਤੀ ਕੀਤੀ ਜਾਵੇ, ਉਸ ਨੂੰ ਕਹਿਣਾ ਸਤ ਬਚਨ, ਆਪਣੀ ਮਨ ਮਰਜ਼ੀ ਨਹੀਂ ਕਰਨੀ। ਜਦੋਂ ਅਸੀਂ ਜਾਈਦਾ ਇੱਕ ਬੰਦਾ ਜਾਂ ਦੋ ਬੰਦੇ ਜਾਂ ਕੋਈ ਵੀ ਜ਼ਿੰਮੇਵਾਰ ਜਿਹੜੇ ਹੁੰਦੇ ਨੇ ਮੋਹਤਵਾਰ ਬੰਦੇ, ਸਾਨੂੰ ਉਹਨਾਂ ਦੀ ਗੱਲ ਨੂੰ ਫੋਲੋ ਕਰਨਾ ਚਾਹੀਦਾ, ਨਾ ਕਿ ਨਹੀਂ ਸੋਚਣਾ ਚਾਹੀਦਾ ਸਾਨੂੰ ਇਸ ਤਰ੍ਹਾਂ ਕਹਿਤਾ, ਸਾਨੂੰ ਇਸ ਤਰ੍ਹਾਂ ਕਹਿਤਾ, ਕਿਉਂਕਿ ਜ਼ਿੰਮੇਵਾਰੀ ਕਿਸੇ ਨੂੰ ਲਿਜਾਣ ਦੀ ਇਹ ਯਾਤਰੀਆਂ ਨਾਲੋਂ ਵੀ ਵੱਡੀ ਹੁੰਦੀ ਹੈ। ਕਿਉਂਕਿ ਹਰ ਇੱਕ ਚੀਜ਼ ਨੂੰ ਟਾਈਮ ਦੇ ਨਾਲ ਲੈ ਕੇ ਜਾਣਾ, ਟਾਈਮ ਦੇ ਨਾਲ ਇਕੱਠਾ ਕਰਨਾ, ਹਰ ਜਗ੍ਹਾ ਟਾਈਮ ਦੇ ਨਾਲ ਪਹੁੰਚਣਾ, ਇਹ ਸਾਰੀ ਜ਼ਿੰਮੇਵਾਰੀ ਜਿਸ ਦੇ ਸਿਰ ਲੱਗੀ ਹੁੰਦੀ ਹੈ ਉਹਦੀ ਗੱਲ ਨੂੰ ਇੱਕਦਮ ਮੰਨਣਾ, ਇੱਕਦਮ ਸਤ ਵਚਨ ਕਹਿਣਾ। ਸੋ ਜਿਹੜਾ ਇਸ ਤਰ੍ਹਾਂ ਕਰਦਾ ਉਹਦੀ ਯਾਤਰਾ ਸਫਲ ਹੀ ਹੁੰਦੀ ਹੈ। ਕੋਈ ਕਿਸੇ ਨੇ ਕਿਸੇ ਦੇ ਕਿੰਤੂ ਪਰੰਤੂ ਕੋਈ ਗੱਲਬਾਤ ਫਾਲਤੂ ਨਹੀਂ, ਤੇ ਰੱਬ ਦੀ ਗੱਲ ਕਰਦੇ ਜਾਓ, ਰੱਬ ਦੀ ਕਰਦੇ ਆਓ, ਤੇ ਯਾਤਰਾ ਸਫਲ ਹੋਏਗੀ। ਸਫਲ 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 ਭਈ ਯਾਤਰਾ। ਸੋ ਗੁਰੂ ਸਾਹਿਬ ਮਿਹਰ ਕਰਨ। ਆਖਰੀ ਪੰਕਤੀ, ਦਸਵੇਂ ਦੁਆਰ ਕੁੰਚੀ ਜਬ ਦੀਜੈ, ਤਉ ਦਿਆਲ ਕੋ ਦਰਸ਼ਨ ਕੀਜੈ। ਭਗਤ ਕਬੀਰ ਜੀ ਆਖਰੀ ਪੰਕਤੀ ਵਿੱਚ ਫਰਮਾਨ ਕਰਦੇ ਨੇ, ਕਹਿੰਦੇ ਜਦੋਂ 9 ਦਰਵਾਜ਼ੇ ਮਤਲਬ ਸਰੀਰ ਦੇ 9 ਉਹ ਇੰਦਰੇ ਜਿਹੜੇ ਨੇ ਜਦੋਂ ਸਥੂਲ ਕਿਰਿਆ ਨਿਭਾਉਂਦੇ ਹਨ ਤੇ ਆਪਣੇ ਮਤਲਬ ਸਟੈਂਡ ਤੇ ਖੜ ਜਾਂਦੇ ਹਨ, ਫਿਰ 10ਵਾਂ ਜਿਹੜਾ ਪ੍ਰਗਟ ਹੋ ਜਾਂਦਾ। ਜਦੋਂ ਇਹ 9 ਜਿਹੜੇ ਨੇ ਹਿਲ ਜੁਲ ਕਰਦੇ ਰਹਿੰਦੇ ਹਨ, ਭਟਕਦੇ ਰਹਿੰਦੇ ਹਨ, ਉਦੋਂ ਤੱਕ 10ਵਾਂ ਜਿਹੜਾ ਗੁਪਤ ਹੈ ਉਹ ਪ੍ਰਗਟ ਨਹੀਂ ਹੁੰਦਾ। ਜਦੋਂ 9 ਹਿਲ ਜੁਲ ਕਰਨੀ ਬੰਦ ਕਰ ਦੇਣਗੇ ਤੇ ਫਿਰ 10ਵਾਂ ਪ੍ਰਗਟ ਹੋ ਜਾਏਗਾ ਤੇ ਰਸ 10ਵੇਂ ਵਿੱਚੋਂ ਮਿਲਣਾ ਤੇ ਸਭ ਕੁਝ 10ਵੇਂ ਵਿੱਚੋਂ ਹੀ ਦਿਸਣਾ। ਸੋ ਗੁਰੂ ਸਾਹਿਬ ਮਿਹਰ ਕਰਨ। ਸ਼ਬਦ ਦਾ ਭਾਵ ਅਰਥ ਆਪ ਜੀ ਦੇ ਹਿਰਦੇ ਦੇ ਵਿੱਚ ਮਹਾਰਾਜ ਜੀ ਵਸਾਉਣ। ਔਰ ਫਿਰ ਮੈਂ ਸਮਾਪਤੀ ਕਰਨ ਲੱਗਾ, ਬੇਨਤੀ ਕਰਦਾ ਸੋ ਸਮੇਂ ਸਿਰ ਕੱਲ੍ਹ ਨੂੰ ਆਪ ਜੀ ਨੇ ਗੁਰੂ ਘਰ ਵਿਖੇ ਪਹੁੰਚ ਜਾਣਾ ਨਮਸਕਾਰ ਕਰਕੇ। ਸੋ ਬੱਸ ਜਿਹੜੀ ਹੈ ਇਹ ਜੋ ਚੌਂਕ ਹੈ ਗੁਰਦੁਆਰਾ ਰਾਮਗੜੀਆ ਇੱਥੇ ਖੜ ਜਾਏਗੀ। ਆਪ ਜੀ ਨੇ ਆ ਕੇ ਜੇ ਕਿਸੇ ਨੇ ਕੋਈ ਤਿਲ ਫੁੱਲ ਸੇਵਾ ਕਰਨੀ ਹੈ, ਕਿਸੇ ਨੂੰ ਛਕਣ ਛਕਾਉਣ ਦੀ, ਉਹ ਵੀ ਤੁਸੀਂ ਸਤਿਕਾਰਯੋਗ ਭਾਈ ਦਲੇਰ ਸਿੰਘ ਜੀ ਸੈਕਟਰੀ ਸਾਹਿਬ ਨਾਲ ਸੰਪਰਕ ਕਰਕੇ, ਕਿਉਂਕਿ ਉਹਨਾਂ ਦੇ ਕੋਲ ਸਾਰਾ ਮੀਨੂ ਬਣਿਆ ਹੁੰਦਾ। ਮੀਨੂ ਜਾਣਦੇ ਆ, ਇਹ ਨਹੀਂ ਵੀ ਕੋਈ ਇੱਕ ਚੀਜ਼ ਲਿਆਵੇ ਤੇ 4 ਜਾਣੇ ਫਿਰ ਉਹੀ ਚੀਜ਼ਾਂ ਚੱਕ ਲਿਆਉਣ। ਸੋ ਜਿਹੜੇ ਬੰਦੇ ਕੋਲ ਜ਼ਿੰਮੇਵਾਰੀ ਹੁੰਦੀ ਹੈ ਉਹਦੇ ਕੋਲ ਮੀਨੂ ਹੁੰਦਾ ਵੀ ਆਹ ਚੀਜ਼ ਇੱਥੇ ਲਿਆਣੀ, ਇੱਥੇ ਵੰਡਣੀ, ਆਹ ਚੀਜ਼ ਇੱਥੇ ਛਕਾਉਣੀ, ਆਹ ਚੀਜ਼ ਇੱਥੇ ਛਕਾਉਣੀ। ਜੇ ਕਿਸੇ ਨੇ ਕੁਝ ਛਕਾਉਣਾ ਹੈ ਤੇ ਉਹਨਾਂ ਦੇ ਨਾਲ ਸੰਪਰਕ ਕਰਕੇ ਜਾਂ ਉਹਨਾਂ ਨੂੰ ਵੀ ਤੁਸੀਂ ਮਾਇਆ ਦੇ ਸਕਦੇ ਹੋ, ਉਹ ਲਿਆ ਕੇ ਤੇ ਸਾਰੀ ਸੰਗਤ ਨੂੰ ਤਰਤੀਬ ਦੇ ਨਾਲ, ਢੰਗ ਦੇ ਨਾਲ ਉਹ ਛਕਾ ਸਕਦੇ ਹਨ। ਇੱਦਾਂ ਦੀ ਜਿਹੜੀ ਚੀਜ਼ ਹੈ ਉਹ ਜਦੋਂ ਅਸੀਂ ਇਹ ਸਹੀ ਰੱਖਾਂਗੇ, ਯਾਦ ਰੱਖਾਂਗੇ, ਤੇ ਫਿਰ ਸਾਰੇ ਕਾਰਜ ਵਧੀਆ ਹੋਣਗੇ। ਗੁਰੂ ਸਾਹਿਬ ਮਿਹਰ ਕਰਨ, ਸਭ ਦੀਆਂ ਖੁਸ਼ੀਆਂ ਦੇ ਨਾਲ ਝੋਲੀਆਂ ਭਰਨ, ਸਭ ਨੂੰ ਤੰਦਰੁਸਤੀਆਂ, ਸਭ ਦੇ ਬੱਚਿਆਂ ਨੂੰ ਦੇਸ਼ ਪ੍ਰਦੇਸ਼ ਕਾਮਯਾਬੀਆਂ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।